ਸਤਿ ਸ਼੍ਰੀ ਅਕਾਲ ਕਾਲਜ ਦੇ ਬੱਚੇ। ਇਹ ਬੱਚੇ +2 ਫਿਜ਼ਿਕਸ ਚੈਪਟਰ ਫਸਟ ਇਲੈਕਟ੍ਰੋਸਟੈਟਿਕਸ ਉਹਦਾ ਫਸਟ ਪਾਰਟ ਇਲੈਕਟ੍ਰਿਕ ਚਾਰਜ ਔਰ ਇਹਦੇ ਵਿੱਚ ਅਸੀਂ 4 ਟੌਪਿਕਸ ਅਸੀਂ ਕਰਦੇ ਨਾ ਬੱਚੇ। ਫਿਫਥ ਟੌਪਿਕ ਹੈ ਬੱਚੇ ਇੰਡਕਸ਼ਨ ਐਂਡ ਕੰਡਕਸ਼ਨ ਫਿਨੋਮੀਨਾ। ਸੋ ਬੱਚੇ ਫਸਟ ਇਲੈਕਟ੍ਰਿਕ ਚਾਰਜ ਇਹਦਾ ਸਭ ਤੋਂ ਇੰਪੋਰਟੈਂਟ ਟੌਪਿਕ ਇੰਡਕਸ਼ਨ ਐਂਡ ਕੰਡਕਸ਼ਨ ਫਿਨੋਮੀਨਾ। ਸੋ ਇਹਦੇ ਵਿੱਚ ਅਸੀਂ ਹੁਣ ਬਹੁਤ ਹੀ ਚੰਗੀ ਤਰ੍ਹਾਂ ਸਮਝਣਾ ਸਾਰੀ ਗੱਲ। ਕੰਪਲੀਟ ਥਿਓਰੈਟੀਕਲ ਟੌਪਿਕ ਹੈ, ਕੋਈ ਇਹਦਾ ਨੂਮੈਰੀਕਲ ਨਹੀਂ। ਬਹੁਤ ਹੀ ਧਿਆਨ ਨਾਲ ਬੱਚੇ ਤੁਹਾਨੂੰ ਇਹਦੇ ਬਾਰੇ ਪਤਾ ਕਰਨਾ ਚਾਹੀਦਾ। ਇਹ ਬੱਚੇ ਇੰਡਕਸ਼ਨ ਕੰਡਕਸ਼ਨ ਦੱਸਣ ਤੋਂ ਪਹਿਲਾਂ ਇੱਕ ਗੱਲ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਅਗਰ ਸਪੋਜ਼ ਤੁਹਾਨੂੰ ਇਹ ਕਿਹਾ ਜਾਵੇ ਕਿ ਇਹ ਬੋਡੀ ਹੈ, ਇਟਸ ਐਨੀ ਸਬਸਟੈਂਸ ਔਰ ਐਨੀ ਬੋਡੀ, ਕਿਸੇ ਵੀ ਬੋਡੀ ਉੱਤੇ ਅਸੀਂ ਕੋਈ ਚਾਰਜ ਲੈ ਕੇ ਆਉਂਦੇ, ਕਿਸੇ ਬੋਡੀ ਉੱਤੇ ਚਾਰਜ ਅਸੀਂ ਪ੍ਰੋਡਿਊਸ ਕਰਨਾ ਚਾਹੁੰਦੇ, ਕਿਸੇ ਬੋਡੀ ਉੱਤੇ ਚਾਰਜ ਲੈ ਕੇ ਆਉਂਦੇ ਤਾਂ ਅਸੀਂ ਕੀ ਕਰਾਂ? ਤੁਸੀਂ ਇਹ ਗੱਲ ਬੱਚੇ ਸ਼ੁਰੂ ਤੋਂ ਬਿਲਕੁਲ ਮੇਰੇ ਫਸਟ ਲੈਕਚਰ ਜਿਹੜੇ ਮੇਰੇ ਸਟਾਰਟਿੰਗ ਲੈਕਚਰ, ਅਗਰ ਤੁਹਾਨੂੰ ਪਤਾ ਤੇ ਤੁਸੀਂ ਕਹੋਗੇ ਸਰ ਅਗਰ ਮੈਂ ਕਿਸੇ ਬੋਡੀ ਤੇ ਚਾਰਜ ਲੈ ਕੇ ਆਵਾਂ ਤੇ ਕੀ ਤਰੀਕਾ ਹੁੰਦਾ? ਤੁਸੀਂ ਇਹਦੇ ਚੋਂ ਇਲੈਕਟ੍ਰੋਨਸ ਰਿਮੂਵ ਕਰ ਦਿਓ। ਸਭ ਤੋਂ ਸਿੰਪਲ ਤਰੀਕਾ ਬੱਚੇ, ਕਿਸੇ ਵੀ ਬੋਡੀ ਉੱਤੇ ਚਾਰਜ ਲੈ ਕੇ ਆਵਾਂ ਬਸ ਇਲੈਕਟ੍ਰੋਨਸ ਰਿਮੂਵ ਕਰ ਦਿਓ ਜਾਂ ਇਲੈਕਟ੍ਰੋਨਸ ਐਡ ਕਰ ਦਿਓ। अगर इलेक्ट्रॉन्स रिमूव करोगे फिर तो पॉजिटिव चार्ज आ जाएगा, अगर इलेक्ट्रॉन्स ऐड करोगे फिर पे नेगेटिव चार्ज आ जाएगा। दो ही चार्जेस है, पॉजिटिव नेगेटिव। इलेक्ट्रॉन्स रिमूव करो पॉजिटिव चार्ज, इलेक्ट्रॉन्स ऐड करो नेगेटिव चार्ज। ਇਹ ਬੱਚੇ ਤਰੀਕਾ ਸਾਨੂੰ ਪਤਾ ਕਿਸੇ ਵੀ ਬੋਡੀ ਉੱਤੇ ਚਾਰਜ ਲੈ ਕੇ ਆਉਣਾ। ਹੁਣ ਬੱਚੇ ਤੁਸੀਂ ਇਹ ਗੱਲ ਸਮਝਿਆ ਕਿ ਇਲੈਕਟ੍ਰॉन्स ਰਿਮੂਵ ਕਿਵੇਂ ਹੋਣਗੇ? ਮੰਨ ਲਓ ਇਹ ਚੌਕ ਹੈ, ਮੈਂ ਇਹਦੇ ਚੋਂ ਇਲੈਕਟ੍ਰॉन्स ਰਿਮੂਵ ਕਰਨਾ ਚਾਹੁੰਦਾ। ਹੁਣ ਇਲੈਕਟ੍ਰॉन्स ਰਿਮੂਵ ਕਰਨੇ ਕਿਵੇਂ? ਇਹ ਤਾਂ ਗੱਲ ਦੱਸਦੀ ਗਈ ਕਿ ਇਲੈਕਟ੍ਰੋਨਸ ਰਿਮੂਵ ਕਰੋ ਤਾਂ ਪੋਜ਼ਿਟਿਵ ਚਾਰਜ ਆ ਜਾਏਗਾ, ਇਲੈਕਟ੍ਰੋਨਸ ਐਡ ਕਰੋ ਤਾਂ ਨੈਗੇਟਿਵ ਚਾਰਜ ਆ ਜਾਏਗਾ। ਕਿਸੇ ਵੀ ਬੋਡੀ 'ਚ ਬੱਚੇ ਅਗਰ ਅਸੀਂ ਇਲੈਕਟ੍ਰੋਨਸ ਰਿਮੂਵ ਕਰਨੇ ਆ ਜਾਂ ਇਲੈਕਟ੍ਰੋਨਸ ਐਡ ਕਰਨੇ ਆ ਤਾਂ ਉਹਦਾ ਕੀ ਤਰੀਕਾ ਬੱਚੇ? ਤੁਸੀਂ ਦੋ ਬੋਡੀਜ਼ ਨੂੰ ਆਪਸ 'ਚ ਰਬ ਕਰਨਾ। ਜਦੋਂ ਤੁਸੀਂ ਦੋ ਬੋਡੀਜ਼ ਨੂੰ ਆਪਸ 'ਚ ਰਬ ਕਰੋਗੇ ਤੇ ਕੀ ਹੋਏਗਾ? ਉਹਨਾਂ 'ਚ ਰਗੜ ਲੱਗੇਗੀ। ਪੰਜਾਬੀ ਵਰਡ ਰਗੜ, ਉਹਨਾਂ 'ਚ ਰਗੜ ਲੱਗੇਗੀ। ਰਗੜ ਨੂੰ ਅਸੀਂ ਅਗਰ ਫਿਜ਼ਿਕਸ ਦੀ ਲੈਂਗੁਏਜ ਸਮਝੀਏ ਤੇ ਰਗੜ ਦਾ ਮਤਲਬ ਹੁੰਦਾ ਫ੍ਰਿਕਸ਼ਨ। ਸੋ ਉਹਨਾਂ 'ਚ ਫ੍ਰਿਕਸ਼ਨ ਲੱਗੇਗੀ ਔਰ ਜਦੋਂ ਬੱਚੇ ਦੋ ਬੋਡੀਜ਼ 'ਚ ਫ੍ਰਿਕਸ਼ਨ ਲੱਗੇਗੀ, ਦੋ ਬੋਡੀਜ਼ 'ਚ ਰਗੜ ਲੱਗੇਗੀ ਤੇ ਕੀ ਹੋਏਗਾ? ਇੱਕ ਬੋਡੀ ਤੋਂ ਇਲੈਕਟ੍ਰੋਨ ਟ੍ਰਾਂਸਫਰ ਹੋ ਕੇ ਦੂਜੀ ਬੋਡੀ ਪੈ ਜਾਏਗੀ। ਸਪੋਜ਼ ਮੈਂ ਇੱਕ ਹੈ ਬੋਡੀ, ਇੱਕ ਹੈ ਬੋਡੀ, ਮੈਂ ਦੋ ਬੋਡੀ ਨੂੰ ਆਪਸ 'ਚ ਰਬ ਕੀਤਾ। ਜਦੋਂ ਤੁਸੀਂ ਰਬ ਕਰੋਗੇ ਤੇ ਇਹਨਾਂ 'ਚ ਰਗੜ ਲੱਗੇਗੀ, ਮੀਨਸ ਫ੍ਰਿਕਸ਼ਨ ਹੋਏਗੀ ਔਰ ਫ੍ਰਿਕਸ਼ਨ ਦਾ ਥਰੂ ਕੀ ਹੈ? ਇਲੈਕਟ੍ਰੋਨ ਇੱਕ ਬੋਡੀ ਤੋਂ ਦੂਜੀ ਬੋਡੀ ਤੇ ਕੀ ਹੈ? ਟ੍ਰਾਂਸਫਰ। ਜਿਹੜੀ ਬੋਡੀ ਚੋਂ ਇਲੈਕਟ੍ਰੋਨ ਨਿਕਲ ਗਿਆ ਉੱਤੇ ਪੋਜ਼ਿਟਿਵ ਚਾਰਜ, ਜਿਹੜੀ ਬੋਡੀ ਤੇ ਇਲੈਕਟ੍ਰੋਨ ਆ ਗਿਆ ਉੱਤੇ ਨੈਗੇਟਿਵ ਚਾਰਜ। ਇਸ ਤਰ੍ਹਾਂ ਪੋਜ਼ਿਟਿਵ ਨੈਗੇਟਿਵ ਚਾਰਜ ਕੀ ਹੈ? ਪ੍ਰੋਡਿਊਸ ਹੋ ਜਾਏਗਾ। ਸਿੰਸ ਬੱਚੇ ਇਹ ਚਾਰजेस ਪ੍ਰੋਡਿਊਸ ਹੋਏ ਆ ਥਰੂ ਰਬਿੰਗ ਜਾਂ ਕਹਿ ਲਓ ਥਰੂ ਫ੍ਰਿਕਸ਼ਨ, ਦੈਟਸ ਥੀਸ ਚਾਰजेस ਆਰ ਕਾਲਡ ਐਜ਼ ਫ੍ਰਿਕਸ਼ਨ ਚਾਰजेस। ਇਹਨਾਂ ਵਿੱਚ ਅਸੀਂ ਫ੍ਰਿਕਸ਼ਨਲ ਚਾਰजेस ਹਾਂ। ਔਰ ਜਦੋਂ ਬੱਚੇ ਐਵੇਂ ਦੇ ਚਾਰजेस ਮੂਵ ਕਰਨਗੇ, ਕਿਉਂਕਿ ਬੱਚੇ ਅਗਲਾ ਪਾਰਟ ਹੈ ਚੈਪਟਰ ਸੈਕਿੰਡ, ਜਦੋਂ ਚਾਰजेस ਮੂਵ ਕਰਦੇ ਆ ਉਦੋਂ ਕੀ ਹੈ? ਕਰੰਟ ਆਉਂਦਾ, ਉਦੋਂ ਇਲੈਕਟ੍ਰਿਸਿਟੀ ਆਉਂਦੀ ਹੈ। ਸੋ ਚੈਪਟਰ ਫਸਟ ਹੈ ਇਲੈਕਟ੍ਰੋਸਟੈਟਿਕ। ਇਲੈਕਟ੍ਰੋ ਮੀਨਸ ਇਲੈਕਟ੍ਰੋਨ, ਇਲੈਕਟ੍ਰੋਨ ਸਟੈਂਡਸ ਚਾਰਜ, ਸਟੈਟਿਕਸ ਮੀਨਸ ਰੈਸਟ, ਚਾਰजेस ਐਟ ਰੈਸਟ। ਇਹ ਜਿਹੜਾ ਪੂਰਾ ਚੈਪਟਰ ਫਸਟ ਇਲੈਕਟ੍ਰੋਸਟੈਟਿਕਸ, ਇਹਦੇ 'ਚ ਅਸੀਂ ਚਾਰजेस ਨੂੰ ਮੂਵ ਨਹੀਂ ਕਰਨਾ। ਚਾਰजेस ਰੈਸਟ ਵਿੱਚ ਹੈ ਔਰ ਉਹਦੀਆਂ ਅਸੀਂ ਪ੍ਰੋਪਰਟੀਜ਼ ਡਿਸਕਸ ਕਰਾਂਗੇ ਕਿ ਅਗਰ ਚਾਰजेस ਰੈਸਟ ਵਿੱਚ ਹੋਣ ਤੇ ਕੀ ਹੁੰਦਾ। ਚੈਪਟਰ ਸੈਕਿੰਡ ਵਿੱਚ ਅਸੀਂ ਚਾਰजेस ਨੂੰ ਮੂਵ ਕਰਾਂਗੇ ਔਰ ਜਦੋਂ ਚਾਰजेस ਮੂਵ ਕਰਦੇ ਉਦੋਂ ਕਰੰਟ ਆਉਂਦਾ। ਕਰੰਟ ਮਤਲਬ ਇਲੈਕਟ੍ਰਿਸਿਟੀ। ਜਦੋਂ ਇਹ ਵਾਲੇ ਚਾਰजेस ਜਿਹੜੇ ਥਰੂ ਫ੍ਰਿਕਸ਼ਨ ਪ੍ਰੋਡਿਊਸ ਹੋਏ, ਸੋ ਫ੍ਰਿਕਸ਼ਨ ਦੇ ਥਰੂ ਇਹ ਚਾਰजेस ਪ੍ਰੋਡਿਊਸ ਹੋਏ ਆ, ਦੈਟਸ ਵਾਈ ਥੀਸ ਚਾਰजेस ਆਰ ਕਾਲਡ ਐਜ਼ ਫ੍ਰਿਕਸ਼ਨ ਚਾਰजेस। ਔਰ ਜਦੋਂ ਇਹ ਵਾਲੇ ਚਾਰजेस ਮੂਵ ਕਰਨਗੇ ਉਹਨਾਂ ਕਰਕੇ ਜਿਹੜਾ ਕਰੰਟ ਆਏਗਾ ਜਾਂ ਜਿਹੜੀ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਏਗੀ, ਦੈਟ ਇਜ਼ ਕਾਲਡ ਐਜ਼ ਫ੍ਰਿਕਸ਼ਨਲ ਇਲੈਕਟ੍ਰਿਸਿਟੀ। ਇਹ ਬੱਚੇ ਬਿਲਕੁਲ ਸਟਾਰਟਿੰਗ ਪਾਰਟ ਹੈ 1A ਦਾ। ਸ਼ਾਇਦ ਮੈਂ ਤੁਹਾਨੂੰ ਗੱਲ ਨਹੀਂ ਦੱਸਿਓ ਪਰ ਹੁਣ ਬੱਚੇ ਯਾਦ ਕਿ ਇੱਕ ਤਰੀਕਾ ਕਿਸੇ ਬੋਡੀ ਉੱਤੇ ਚਾਰਜ ਲੈ ਕੇ ਆਉਣ ਦਾ ਮੈਂ ਤੁਹਾਨੂੰ ਜਿਹੜਾ ਦੱਸਿਆ, ਦੈਟ ਇਜ਼ ਥਰੂ ਰਬਿੰਗ, ਥਰੂ ਫ੍ਰਿਕਸ਼ਨ। ਤੁਸੀਂ ਦੋ ਬੋਡੀਜ਼ ਨੂੰ ਆਪਸ 'ਚ ਰਬ ਕਰੋ ਜਾਂ ਆਪਸ ਜਦੋਂ ਤੁਸੀਂ ਉਹਨਾਂ ਰਬ ਕਰੋਗੇ ਦੈਨ ਫ੍ਰਿਕਸ਼ਨ ਹੋਣਾ ਚਾਹੀਦੀ ਔਰ ਫ੍ਰਿਕਸ਼ਨ ਦੇ ਥਰੂ ਇਲੈਕਟ੍ਰੋਨਸ ਟ੍ਰਾਂਸਫਰ ਹੋਣਗੇ। ਜਿਹੜੀ ਬੋਡੀ ਤੋਂ ਇਲੈਕਟ੍ਰੋਨ ਨਿਕਲ ਜਾਣਗੇ ਉੱਤੇ ਪੋਜ਼ਿਟਿਵ ਚਾਰਜ, ਜਿਹੜੀ ਬੋਡੀ ਉੱਤੇ ਇਲੈਕਟ੍ਰੋਨ ਆ ਜਾਏਗਾ ਉੱਤੇ ਨੈਗੇਟਿਵ ਚਾਰਜ। ਇਸ ਤਰ੍ਹਾਂ ਬੱਚੇ ਚਾਰजेस ਪ੍ਰੋਡਿਊਸ ਹੁੰਦੇ ਆ। ਸੋ ਹੁਣ ਤੱਕ ਬੱਚੇ ਤੁਹਾਨੂੰ ਇਹਦੀ ਗੱਲ ਸਮਝ ਆ ਕਿ ਅਗਰ ਕਿਸੇ ਬੋਡੀ ਤੇ ਚਾਰਜ ਲੈ ਕੇ ਆਉਣਾ ਤੇ ਤੁਸੀਂ ਕੀ ਕਹੋਗੇ? ਚਾਰजेस ਕਿਉਂ ਪ੍ਰੋਡਿਊਸ ਹੁੰਦੇ ਆ? ਥਰੂ ਫ੍ਰਿਕਸ਼ਨ। ਇਹ ਬੱਚੇ ਇੱਕ ਪਹਿਲਾ ਮੈਥਡ ਹੁੰਦਾ
किसी बॉडी उत्ते चार्ज लैके आना ना बच्चे कला इको मैथड नहीं है इलैक्ट्रॉन ट्रांसफर करके ही चार्ज लैके आना या फ्रिक्शन थ्रू चार्ज लैके आना साढ़े बच्चे दो होर मैथड्स होंगे हैं चार्ज प्रोड्यूस करने और दो मैथड्स केड़े इंडक्शन एंड कंडक्शन सो बच्चे इंडक्शन और कंडक्शन फिनोमेना की है वो बच्चे मैं तुहानू दसांगा सारा हुण जिहड़ा ये टॉपिक है इस टॉपिक ते चलांगे पर पहला तुहानू पता होवे कि इंडक्शन कंडक्शन फिनोमेना जिहड़े है इन्हां दा मतलब की है ਇਹ ਕਾਹਦੇ ਸੇ यूज होंगे सो इंडक्शन एंड कंडक्शन फिनोमेना आर यूज्ड टू प्रोड्यूस चार्जेस पहले गल याद रखनी है सो ਇਹਦਾ मतलब बच्चे साडे कोल तीन मैथड्स हो गए चार्ज प्रोड्यूस करने फर्स्ट बाय फ्रिक्शन या बाय रबिंग सेकंड बाय कंडक्शन और इंडक्शन और थर्ड इज बाय कंडक्शन सो फर्स्ट बाय फ्रिक्शन सेकंड बाय इंडक्शन एंड थर्ड बाय कंडक्शन फिनोमेना फ्रिक्शन एक्चुअली बच्चे ਅਸੀਂ खा चुके हैं कि इलेक्ट्रॉन ट्रांसफर कितने दे चार्ज प्रोड्यूस होए ਹੁਣ ਇਹ ਦੋ ਮੈਥਡਸ ਬਾਰੇ ਬੱਚੇ ਅਸੀਂ डिटेल गल करनी है सो पहली गल बच्चे तुहानू समझ लगी इंडक्शन एंड कंडक्शन दे आर द मेथड्स ऑफ प्रोड्यूसिंग चार्ज ऑन एनी बॉडी नाउ लेट्स स्टार्ट इंडक्शन फिनोमेना की चीज बहुत ही ध्यान बच्चे मेरी गल समझनी इंडक्शन फिनोमेना देखो बच्चे इंडक्शन फिनोमेना की है कि सपोज एक बॉडी है मैं ਇਹਦੇ ਉੱਤੇ ਚਾਰਜ ਲੈ ਕੇ ਆਉਣਾ ਚਾਹੁੰਦਾ ਮੈਂ ਚਾਹੁੰਦਾ ਕਿ ਇਹਦੇ ਉੱਤੇ ਚਾਰਜ ਪ੍ਰੋਡਿਊਸ ਹੋਵੇ ਹੁਣ ਇਹ ਬॉडी ਉੱਤੇ ਬੱਚੇ ਅਸੀਂ ਚਾਰਜ ਲੈ ਕੇ ਆਣਾ ਤੇ ਕੀ ਕਰਨਾ मेरे को एक गिवन रोड है और इस रोड पे कोई चार्ज गिवन हूं चार्ज बच्चे कोई भी हो सकता पॉजिटिव या नेगेटिव सो गिवन पॉजिटिव चार्ज रोड ए रोड एक मैनू देती गई है और ये कुछ पॉजिटिव चार्ज है से 5 कूलम सपोज कोई भी हो सकता चार्ज मैनू पता है रोड से कितना चार्ज है मैनू एक रोड दी गई है और +5 कूलम चार्ज है और यह रोड दे के मैनू यह कहा गया कि यह जी बॉडी है जी बॉडी मैं चार्ज करनी है मैनू यह गल कही गई कि यह बॉडी पर चार्ज लैके सो बच्चे एक गिवन पॉजिटिव चार्ज रोड और एक बॉडी जी मैं चार्ज करनी है सो इंडक्शन फिनोमेना के बच्चे तुसी एक गिवन पॉजिटिव चार्ज रोड नूं किसी बॉडी के अगे लैके आओ तो वह बॉडी उत्ते कोई ना कोई चार्ज आ जाएगा हुण किस तरह होंदा है कि मैं तुहानूं पूरी डिटेल दसदा इहनूं बच्चे इंडक्शन फिनोमेना कहंदे सो इंडक्शन फिनोमेना की हो गया फिनोमेना ऑफ प्रोड्यूसिंग ए चार्ज ऑन द बॉडी सो एक बॉडी उत्ते चार्ज लैके आना जिहड़ा है फिनोमेना फिनोमेना ऑफ प्रोड्यूसिंग ए चार्ज ऑन द बॉडी किस तरह बाय प्लेसिंग ए गिवन चार्ज रोड चार्ज बच्चे क्या है जरूरी पॉजिटिव नेगेटिव सो जिहड़ा मर्जी चार्ज हो कोई ना कोई चार्ज होना चाहिए बाय प्लेसिंग ए गिवन चार्ज रोड नियर इट बच्चे याद रखिए नियर इट नियर का मतलब टच नहीं करना ਉਹਦੇ ਕੋਲ करके रखनी पो ਉਹਦੇ ਕੋਲ करके रोड रखनी सो जो बच्चे पॉजिटिव चार्ज रोड हो या कोई भी चार्ज रोड तुसी किसी एक गिवन बॉडी के कोल रख दोगे तो उस बॉडी उत्ते कोई ना कोई चार्ज आ जाएगा हुण वो चार्ज किस तरह का बच्चे लेट्स सी बड़े ध्यान बच्चे गल समझनी सी जेडी बच्चे बॉडी है जेडी सी चार्ज करनी है बॉडी टू बी चार्ज जेडी बॉडी मैं चार्ज करना चाहना जहां पे बच्चे ए बॉडी होगी मेटल तो जहां बॉडी होगी नॉन मेटल सो पहला बच्चे सी करना इंडक्शन फिनोमेना in case of metals डेफिनेशंस वगैरह बच्चे मैं लिख दूंगा सारी इंडक्शन कंडक्शन फिनोमेना वो भी कोई चीज बच्चे तुम्हें समझ नहीं है पहले ये सो इंडक्शन फिनोमेना इन केस ऑफ मेटल्स देखो बच्चे क्या पहला बच्चे तो यह पता हो कि मेटल्स और नॉन मेटल्स की फर्क है सो यह बच्चे बहुत ही इंपॉर्टेंट गल बहुत बच्चे सिंपल का टॉपिक है जो असं 9th 10th कर दिता होंगे पर फिर भी +1 लेवल पे आ गए +2 लेवल तक आ गए कई बच्चों को इन्नी ज्यादा गल क्लीयर नहीं होती सो मैं एक लिखे बच्चे सारी गल क्लीयर कर ध्यान मेरी गल समझो
ए मतलब बच्चे ए मेरे को कोई मैटर दैट्स मेटल पीस दैट्स नॉन मेटल पीस। ठीक है बच्चे, कोई बच्चे मेटल हो गए या नॉन मेटल हो गए या कोई सब्सटेंस हो गए, हर एक सब्सटेंस कितना बनया एटम्स का, दैट इज डाल्टन एटॉमिक थ्योरी। गल बिल्कुल स्टार्टिंग ते कही गई है, एवरी चीज मेटल भी एटम्स का बनी है, नॉन मेटल भी एटम्स का बने। सो ए एटम्स हुन अगे एटम्स बच्चे की हुंदा, एक न्यूक्लियस है किसी भी एटम च, ओदे आले दुआले की है शेल्स, दिस ऑल यू नो, एंड न्यूक्लियस ओदे आले दुआले शेल्स। ठीक है ना, आसान पता। न्यूक्लियस के अंदर प्रोटॉन्स न्यूट्रॉन्स, न्यूक्लियस से पॉजिटिव चार्ज, आले दुआले इलेक्ट्रॉन्स, इलेक्ट्रॉन से कितना चार्ज है नेगेटिव। फिर समझिए कोई भी एटम इस तरह का, तो मेटल पीस है ओले से एटम्स है, नॉन मेटल है ओले से एटम्स है, एंड न्यूक्लियस आले दुआले शेल्स। ठीक है, सो मेटल भी एटम्स का बने, नॉन मेटल भी एटम्स का बने। हर एक एटम न्यूक्लियस है, आले दुआले इलेक्ट्रॉन्स है, न्यूक्लियस से पॉजिटिव चार्ज है, पावे मेटल है पावे नॉन मेटल। फिर मुझे फर्क ही, अगर एटम्स है देखिए एटम्स है कुछ एटम्स है, हर एक एटम जो न्यूक्लियस है आले दुआले इलेक्ट्रॉन्स है, फिर फर्क ही है बच्चे। फर्क बच्चे का बेसिक फर्क है, आई बच्चे मतलब बेसिक फर्क दसन लगा मेटल नॉन मेटल च, कदी ना भूलियो जे गल। मेटल और नॉन मेटल बच्चे का बेसिक फर्क है, देखो ध्यान, ए बच्चे का न्यूक्लियस है, न्यूक्लियस से पॉजिटिव चार्ज है, इलेक्ट्रॉन से नेगेटिव चार्ज है, मींस अनलाइक चार्जेस। और सानू पता बच्चे जेडे अनलाइक चार्जेस है वो आपस में अट्रैक्ट करते, मींस ए ना न्यूक्लियस है, ए सारे इलेक्ट्रॉन्स नु अपने नाल अट्रैक्ट करता है। हर एक एटम जेड़ा न्यूक्लियस है उन्हें अपने जेडे इलेक्ट्रॉन्स है वो सारे नु की है अट्रैक्ट करने ही करना, भावे मेटल है भावे नॉन मेटल। नॉन मेटल भी इलेक्ट्रॉन्स न्यूक्लियस वाला अट्रैक्ट है, ते मेटल दे केस भी जेडे इलेक्ट्रॉन्स और न्यूक्लियस वाला अट्रैक्ट है। फर्क बच्चे कितने है, फर्क होता बच्चे ए अट्रैक्शन। मेटल के केस जेडी है न्यूक्लियस और आउटरमोस्ट शेल नु बच्चे जेडे बच्चे आगे शेल है पर सानू आउटरमोस्ट शेल दे इलेक्ट्रॉन्स का मतलब होता, न्यूक्लियस जेडे पॉजिटिव चार्ज है और आउटरमोस्ट शेल दे इलेक्ट्रॉन्स है, इनना विच जेडी अट्रैक्शन है एवर ए अट्रैक्शन बहुत वीक होती, अट्रैक्शन वेरी वीक। और नॉन मेटल के केस बच्चे जेडी अट्रैक्शन है बहुत स्ट्रांग। सो बच्चे याद रखें, बड़े तुम मैं पूछा ना मेटल में फर्क की है, मेटल्स आर लस्टर्स, मेटल्स आर दिस, नॉन मेटल्स आर नॉट लस्टर्स, मेटल्स आर गुड न्यूट्रोफिल एक्चुअली नॉन आर गुड, ए बच्चे को सारी दी प्रॉपर्टीज बेसिक जो फर्क है वो तुम पूछ ले मेटल नॉन मेटल बेसिक फर्क की है। सो ए नहीं कहना मेटल्स हैव फ्री इलेक्ट्रॉन्स, ये भी गल है, मेटल्स हैव फ्री इलेक्ट्रॉन्स, नॉन मेटल्स डोंट हैव फ्री इलेक्ट्रॉन्स, पर फ्री इलेक्ट्रॉन्स को किस तरह बने। सो बच्चे बेसिक ਜਿਹੜਾ डिफरेंस है मेटल्स के केस ਜਿਹੜੇ एटम्स है उन्हां च न्यूक्लियस और आउटरमोस्ट शेल इलेक्ट्रॉन ਦੇ ਵਿੱਚ ਜਿਹੜੀ फोर्स ऑफ अट्रैक्शन है दैट्स मच वीक, जबकि नॉन मेटल के केस ਜਿਹੜੀ अट्रैक्शन है वो बहुत ज्यादा स्ट्रांग होती है। सो ए बच्चा बहुत ज्यादा स्ट्रांग है, ए बहुत ज्यादा वीक अट्रैक्शन। ਹੁਣ अगर बच्चे न्यूक्लियस ने इलेक्ट्रॉन्स को बहुत घट फोर्स ਨਾਲ ਫੜਿਆ ਤੇ ਕੀ ਹੋਏਗਾ, ਉਹ ਇਲੈਕਟ੍ਰੋਨਸ ਦੇ ਛੱਡ ਗਏ ਜਾਣ, ਸੋ ਇਹ ਇਲੈਕਟ੍ਰੋਨਸ ਬੱਚੇ ਰਿਮੂਵ ਹੋ ਜਾਣਗੇ। ਸੋ ਇਹ ਜਿਹੜਾ ਇਲੈਕਟ੍ਰੋਨ ਆਊਟਰਮੋਸਟ ਸ਼ੈਲ ਇਲੈਕਟ੍ਰੋਨ ਇਹ ਐਟਮ ਦੇ ਵਿੱਚ ਰਹਿ ਗਏ ਨੇ, ਇਹਨੇ ਐਟਮ ਦੇ ਵਿੱਚ ਰਹਿਣਾ ਨਹੀਂ ਗਾ, ਇਹ ਇਲੈਕਟ੍ਰੋਨ ਨੇ ਐਟਮ ਛੱਡਿਆ ਹੁੰਦਾ, ਇਹ ਇਲੈਕਟ੍ਰੋਨ ਨੇ ਛੱਡਣਾ। ਸੋ ਆਊਟਰਮੋਸਟ ਸ਼ੈਲ ਦੇ ਜਿੰਨੇ ਵੀ ਇਲੈਕਟ੍ਰੋਨਸ ਦੋ ਤੇ ਜਿੰਨੇ ਵੀ ਇਲੈਕਟ੍ਰੋਨ ਉਹ ਉਸ ਮੈਟਲ ਐਟਮ ਵਿੱਚ ਰਹਿਣਗੇ, ਉੱਥੇ ਆ ਉਹਨਾਂ ਛੱਡਤਾ ਹੈ। माइंडेड बच्चे एटम चो बाहर निकले इलेक्ट्रॉन, मेटल पीस चो बाहर नहीं निकल गए। सो गल का फर्क है, मेटल पीस चो इलेक्ट्रॉन बाहर निकलना कि मेटल के एटम चो इलेक्ट्रॉन बाहर निकलना, सी डिफरेंस। सो जिस तरह बच्चे एक एटम है ये आउटमोस्ट इलेक्ट्रॉन बाहर निकल गए क्योंकि अट्रैक्शन बहुत वीक है। सिमिलरली एक्टिव अट्रैक्शन वीक है, ये भी इलेक्ट्रॉन बाहर निकल होंगे। सिमिलरली एक्टिव अट्रैक्शन वीक है, ये भी इलेक्ट्रॉन बाहर निकल होंगे। जिन्ने भी मेटल के केस एटम्स होंगे सारे केसेस न्यूक्लियस की आउटरमोस्ट शेल इलेक्ट्रॉन्स नाल फोर्स ऑफ अट्रैक्शन बहुत ज्यादा वीक होंदी, और अगर वीक आ बच्चे तो इलेक्ट्रॉन ने एटम दे विच नहीं रहना, इलेक्ट्रॉन ने एटम को छड्डिया ही हुंदा। सो ए इलेक्ट्रॉन की है बाहर,
ਹੁਣ ਬੱਚੇ ਸਾਨੂੰ ਪਤਾ ਅਗਰ ਕਿਸੇ ਵੀ ਐਟਮ ਚੋਂ ਇਲੈਕਟ੍ਰੋਨ ਬਾਹਰ ਨਿਕਲ ਜਾਏ ਤੇ ਐਟਮ ਤੇ ਕਿਹੜਾ ਚਾਰਜ ਆ ਜਾਂਦਾ ਪੋਜ਼ਿਟਿਵ ਸੋ ਬੱਚੇ ਇਹ ਐਟਮ ਦੇ ਕੀ ਹੈ ਪੋਜ਼ਿਟਿਵ ਚਾਰਜ ਸੋ ਜਿਹੜੇ ਐਟਮ ਤੋਂ ਇਲੈਕਟ੍ਰੋਨ ਬਾਹਰ ਨਿਕਲੇ ਇੱਕ ਦੋ ਜਿੰਨੇ ਨਿਕਲ ਗਏ ਸੋ ਇਹ ਪੂਰੇ ਐਟਮ ਤੇ ਕਿਹੜਾ ਚਾਰਜ ਆ ਗਿਆ ਜੀ ਇੱਥੋਂ ਵੀ ਇਲੈਕਟ੍ਰੋਨ ਬਾਹਰ ਨਿਕਲੇ ਇੱਥੇ ਪੂਰੇ ਐਟਮ ਤੇ ਕਿਹੜਾ ਚਾਰਜ ਆ ਗਿਆ ਪੋਜ਼ਿਟਿਵ ਇੱਥੋਂ ਇਲੈਕਟ੍ਰੋਨ ਬਾਹਰ ਨਿਕਲੇ ਇੱਥੇ ਕਿਹੜਾ ਚਾਰਜ ਆ ਗਿਆ ਪੋਜ਼ਿਟਿਵ ਇਸ ਵਿੱਚ ਜਿੰਨੇ ਵੀ ਐਟਮਸ ਹਨ ਸਾਰਿਆਂ ਤੇ ਕਿਹੜਾ ਚਾਰਜ ਆ ਜਾਏਗਾ ਪੋਜ਼ਿਟਿਵ और बाकी की बच्चे इलेक्ट्रॉन्स की है हर एक एटम से बाहर निकले होंगे जेडे बच्चे इलेक्ट्रॉन्स मेटल एटम जो बाहर निकल गए क्योंकि न्यूक्लियस नाल अट्रैक्ट नहीं जल्दी दी इन्ने ज्यादा नहीं गए फोर्स ऑफ अट्रैक्शन बहुत वीक सी बच्चे इलेक्ट्रॉन्स है वो मेटल पीस दे विच की है घूमते फिर दे मूव रैंडमली हियर एंड देयर जस्ट लाइक मॉलिक्यूल्स ऑफ गैस जिस एक गैस है और वह कोई दिक्कत गैस है गैस है मॉलिक्यूल्स रैंडम मूव करते हैं हेरा में बिल्कुल बच्चे इलेक्ट्रॉन्स है रैंडम मूव करते हैं रैंडम मूव करी जाएंगे कोई इधर मूव करेगा कोई उधर मूव करेगा ਇਹਦਾ मतलब बच्चे मैटर्स ਵਿੱਚ ਜਿਹੜੇ इलेक्ट्रॉन्स है जो रैंडम मूव करते थे इलेक्ट्रॉन्स बच्चे ही फ्री इलेक्ट्रॉन्स कहते हैं सो ਅਸੀਂ ਇਹ ਗੱਲ ਕਹਿੰਦੇ ਨੇ ਕਿ ਮੈਟਰਸ ਹੈ फ्री इलेक्ट्रॉन्स सो ਅੱਜ ਬੱਚੇ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਮੈਟਰਸ ਵਿੱਚ फ्री इलेक्ट्रॉन्स ਕਿਵੇਂ ਪ੍ਰੋਡਿਊਸ ਹੋਏ क्योंकि बच्चे मैटर के केस हर एक एटम जो न्यूक्लियस है वो आटोमोशनल इलेक्ट्रॉन नाल फोर्स ऑफ अट्रैक्शन बहुत ज्यादा वीक है इस करके वो इलेक्ट्रॉन एटम को छड्या होंदा और जो बच्चे इलेक्ट्रॉन एटम जो बाहर निकलेंगे उस पूरे एटम में किहड़ा चार्ज आ जाएगा पॉजिटिव हुण बच्चे कहदी गल ध्यान जो बच्चे एटम जो इलेक्ट्रॉन बाहर निकल गया एटम में किहड़ा चार्ज आ गया पॉजिटिव और बच्चे पॉजिटिव चार्ज जिहड़े एटम्स है इन्हां नूं कहंदे हैं कोर्स या कहंदे हैं कर्नल्स या सिंपल पॉजिटिव चार्ज कर पॉजिटिव आयन कर पॉजिटिव आयन या ना कोर्स कह देना या ना कर्नल्स कह देना सो बच्चे अगर ऐसे पॉजिटिव है तेरा मतलब है नहीं न्यूक्लियस है एटम है ओवल एटम जो आटोमोशनल इलेक्ट्रॉन की है बाहर निकले सो ए बच्चे एक मेटल पीस ਨੂੰ अगर ਤੁਸੀਂ ਮਾਈਕਰੋਸਕੋਪ ਦੇ ਥਰੂ ਦੇਖੋਗੇ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਣਗੇ ਵਿੱਚ ਆਇਨਸ ਹੋਣਗੇ ਹੈਵੀ ਆਇਨਸ ਜਿਸ ਤੋਂ ਇਲੈਕਟ੍ਰੋਨ ਬਾਹਰ ਨਿਕਲਿਆ ਦੇ ਆਰ ਫਿਕਸਡ ਐਟ ਦ ਪੋਜੀਸ਼ਨਸ ਸਿੰਪਲੀ ਵਾਈਬ੍ਰੇਟ ਕਰਦੇ ਆ मूव नहीं कर सकते क्योंकि हैवी होंगे और जो इलेक्ट्रॉन्स है दे मूव फ्रीली हियर एंड देयर जस्ट लाइक गैस मॉलिक्यूल्स इन ए बीकर जिस तरह बीकर गैस मॉलिक्यूल तुरे फिरते हैं उस तरह इलेक्ट्रॉन्स बच्चे रैंडमली मूव करते हैं ए बच्चे एक मैटर के केस च हुण बच्चे नॉन मैटर के केस देखो की है अगर ये अट्रैक्शन बहुत ज्यादा स्ट्रांग है फिर क्या है अगर स्ट्रांग है तो इलेक्ट्रॉन्स बाहर निकल देंगे सो ए इलेक्ट्रॉन्स बच्चे बाहर निकलेंगे मतलब कोई भी इलेक्ट्रॉन नॉन मैटर जेडे एटम्स है उससे बाहर आता ही नहीं और अगर एटम्स से इलेक्ट्रॉन बाहर निकलेगा मींस नॉन मेटल्स डोंट हैव फ्री इलेक्ट्रॉन्स और इट्स कोई भी फ्री इलेक्ट्रॉन की गल नहीं होती सो ए बच्चे याद रख लो दैट्स द बेसिक डिफरेंस बिटवीन मेटल एंड नॉन मेटल मेटल्स हैव फ्री इलेक्ट्रॉन्स नॉन मेटल्स डोंट हैव फ्री इलेक्ट्रॉन्स ਤਾਂ ਪੁੱਛ ਲੈ ਕਿ ਮੈਟਲ 'ਚ ਫ੍ਰੀ ਇਲੈਕਟ੍ਰੋਨਸ ਕਿਉਂ ਨਹੀਂ ਹੁੰਦੇ ਕਿਉਂਕਿ ਮੈਟਲ ਦੇ ਕੇਸ ਵਿੱਚ ਜਿਹੜਾ ਹਰ ਇੱਕ ਐਟਮ 'ਚ ਨਿਊਕਲੀਅਸ ਔਰ ਆਟੋਮੋਸ਼ਲ ਜਿਹੜੇ ਇਲੈਕਟ੍ਰੋਨਸ ਆ ਉਹਨਾਂ 'ਚ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਵੀਕ ਹੈ ਜਦਕਿ ਨॉन ਮੈਟਲ ਦੇ ਕੇਸ ਜਿਹੜੀ ਅਟਰੈਕਸ਼ਨ ਹੈ ਬਹੁਤ ਜ਼ਿਆਦਾ ਸਟਰੋਂਗ ਹੈ ਇਸ ਕਰਕੇ ਇਲੈਕਟ੍ਰੋਨਸ ਬਾਹਰ ਨਿਕਲਦੇ ਇੱਥੋਂ ਇਲੈਕਟ੍ਰੋਨਸ ਕੀ ਹੈ ਬਾਹਰ ਨਿਕਲਦੇ ਸੋ ਮੈਟਲਸ ਹੈਵ ਫ੍ਰੀ ਇਲੈਕਟ੍ਰੋਨਸ नॉन मेटल्स डोंट हैव फ्री इलेक्ट्रॉन्स ਇਹ ਬਜੀ ਗੱਲ ਯਾਦ ਰੱਖਿਓ लॉजिक होंगे इंडक्शन phenomenon केस ऑफ मेटल्स ए बच्चे लिक्विड मेटल ते हम दूसरे बच्चे मेटल समझ चुके हैं कि मेटल्स की है मेटल्स पॉजिटिव आयंस और फ्री इलेक्ट्रॉन्स और the electrons move randomly here and there ये बच्चे मैं आपको बता सकता हूं कि इलेक्ट्रॉन्स कितने बने और पॉजिटिव आयंस की है कर्नल्स ठीक है सो फर्स्ट स्टेप की है जेडे भी मेटल पीस से मैं चार्ज ले करना चाहता हूं गिवन रोड गिवन पॉजिटिवली चार्ज रोड suppose that 5 coulomb charge इन बच्चे मेरे कोल लेके सिंपली जस्ट ओदे कोल लेके रोल लेके आनी है किसी मेटल पीस देखो टच नहीं कर
ਇਹ ਬੱਚੇ ਫਸਟ ਸਟੈਪ। ਸੈਕਿੰਡ ਸਟੈਪ ਕੀ ਹੋਗਾ ਬੱਚੇ? ਹੁਣ ਤੁਸੀਂ ਮੈਨੂੰ ਦੱਸੋ ਬੱਚੇ, ਇਹ ਜਿਹੜੀ ਪੋਸੀ ਦਾ ਲੋਡ ਹੈ ਇਹ ਆਪਣਾ ਇਫੈਕਟ ਕਿਸ ਤਰ੍ਹਾਂ ਪਏਗਾ? ਇਹ ਕੀ ਕਰੇਗੀ ਇਹ ਮੈਟਲ ਪੀਸ ਤੇ? ਥੋੜਾ ਸਿਆਣਾ ਬੱਚਾ ਸਮਝ ਲੇਗਾ ਕਿ ਪੋਸੀ ਦਾ ਲੋਡ ਕੀ ਹੈ? ਜਿਹੜੇ ਓਪੋਜ਼ਿਟਲੀ ਚਾਰਜ ਇਲੈਕਟ੍ਰੋਨਸ ਹੈ ਉਹਨੂੰ ਕੀ ਹੈ? ਅਟਰੈਕਟ ਕਰੇਗਾ। ਔਰ ਜਿਹੜੇ ਸਿਮਿਲਰਲੀ ਚਾਰਜ ਪੋਜ਼ਿਟਿਵ ਆਇਨਸ ਹੈ ਉਹਨੂੰ ਕੀ ਹੈ? ਰਿਪੈਲ ਕਰੇਗਾ। ਅਗਰ ਨੈਗੇਟਿਵ ਚਾਰਜ ਲੋਡ ਹੁੰਦੀ ਤੇ ਇਹਨੇ ਪੋਜ਼ਿਟਿਵ ਆਇਨਸ ਆਪਣੇ ਵੱਲ ਅਟਰੈਕਟ ਕਰ ਲੈਣਗੇ, ਇਲੈਕਟ੍ਰੋਨਸ ਨੂੰ ਰਿਪੈਲ ਕਰ ਦੇਣਾ ਸੀ। ਸੋ ਦੋਨੇ ਆ। ਸੋ ਐਨੀ ਕਾਰਨ ਕਿ ਰੋਡ ਪੋਜ਼ਿਟਿਵ ਚਾਰਜ ਚਾਹੀਦੀ ਹੈ। ਇਸ ਐਗਜ਼ਾਮਪਲ ਨੈਗੇਟਿਵ ਚਾਰਜ ਲੋਡ ਵੀ ਹੋ ਸਕਦਾ। ਸੋ ਅਗਰ ਬੱਚੇ ਪੋਜ਼ਿਟਿਵ ਚਾਰਜ ਲੋਡ ਹੈ ਜਿੱਥੇ +5 ਕੂਲਮ ਚਾਰਜ ਹੈ ਤੇ ਕੀ ਕਰੇਗੀ? ਦੇ snatch all the electrons। ਇਹ ਸਾਰੇ ਇਲੈਕਟ੍ਰੋਨਸ ਕੀ ਹੈ ਆਪਣੇ ਵੱਲ ਖਿੱਚ ਲਏਗੀ ਔਰ ਇਹ ਇਲੈਕਟ੍ਰੋਨਸ ਕੀ ਹੈ ਇੱਧਰ ਆਉਣੇ ਸ਼ੁਰੂ ਹੋ ਜਾਣਗੇ। ਇਹ ਸਾਰੇ ਇਲੈਕਟ੍ਰੋਨਸ ਇੱਕ ਸਾਈਡ ਤੇ ਆਉਣੇ ਸ਼ੁਰੂ ਹੋ ਗਏ। ਇਹ ਇਲੈਕਟ੍ਰੋਨ ਸਾਰੇ ਇਲੈਕਟ੍ਰੋਨਸ ਇੱਕ ਸਾਈਡ ਤੇ ਆਉਣੇ ਸ਼ੁਰੂ ਹੋ ਗਏ ਤੇ ਜਿਹੜੇ ਪੋਜ਼ਿਟਿਵ ਚਾਰਜ ਆਇਨਸ ਹੈ ਜਾਂ ਪੋਰਸ ਹੈ ਕਰਨਲਸ ਹੈ ਉਹ ਦੂਜੀ ਸਾਈਡ ਤੇ ਚਲੇ ਜਾਂਦੇ ਰਿਪੈਲ ਹੋ ਕੇ। Loud. So positive charge load, positive charge ਜਿਹੜੇ ਕਰਨਲਸ ਹੈ ਦੂਜੀ ਸਾਈਡ ਤੇ, ਇਲੈਕਟ੍ਰੋਨਸ ਇੱਕ ਸਾਈਡ ਤੇ। ਹੁਣ ਜਿਹੜੀ ਮੇਨ ਗੱਲ ਹੈ ਇੱਥੇ ਧਿਆਨ ਰੱਖੋ, ਪੋਜ਼ਿਟਿਵ ਚਾਰਜ ਲੋਡ ਅਗਰ ਇੱਥੇ ਹੈ ਤੇ ਨੈਚੁਰਲ ਇਲੈਕਟ੍ਰੋਨਸ ਖਿੱਚੇਗੀ ਆਪਣੇ ਕੋਲ। ਹੁਣ ਇੱਥੇ ਤੁਹਾਨੂੰ ਪੁੱਛ ਲਿਆ ਕਿ ਮੈਟਲਸ ਵਿੱਚ ਕਿੰਨੇ ਇਲੈਕਟ੍ਰੋਨਸ ਹੈ? ਸੋ ਇੱਕ ਮੈਟਲ ਵਿੱਚ ਇਨਫਾਈਨਾਈਟ ਐਟਮਸ ਹੈ ਤੇ ਹਰ ਇੱਕ ਐਟਮ ਦੇ ਇਲੈਕਟ੍ਰੋਨਸ ਬਾਹਰ ਨਿਕਲੇ ਤੇ ਦੇ ਆਰ ਇਨਫਾਈਨਾਈਟ ਇਲੈਕਟ੍ਰੋਨਸ। ਇਨਫਾਈਨਾਈਟ ਇਲੈਕਟ੍ਰੋਨਸ ਪਏ ਬੱਚੇ। ਪਰ ਬੱਚੇ ਕੀ ਇਹਦਾ ਮਤਲਬ ਸਾਰੇ ਇਲੈਕਟ੍ਰੋਨਸ ਇੱਧਰ ਆ ਜਾਂਦੇ? ਇਹ ਗੱਲ ਨਹੀਂ। ਇਲੈਕਟ੍ਰੋਨਸ ਬੱਚੇ ਉਨੀ ਦੇਰ ਤੱਕ ਇੱਧਰ ਆਈ ਜਾਣਗੇ ਜਿੰਨੀ ਦੇਰ ਤੱਕ ਇਹ ਇਲੈਕਟ੍ਰੋਨਸ ਕਰਕੇ ਜਿਹੜਾ ਨੈਗੇਟਿਵ ਚਾਰਜ ਇਲੈਕਟ੍ਰੋਨਸ ਕਰਕੇ ਨੈਗੇਟਿਵ ਚਾਰਜ ਹੈ, ਜਿੰਨੀ ਦੇਰ ਤੱਕ ਇਹ ਸਾਰੇ ਇਲੈਕਟ੍ਰੋਨਸ ਕਰਕੇ ਜਿਹੜਾ ਨੈਗੇਟਿਵ ਚਾਰਜ ਹੈ ਉਹਦਾ ਮੈਗਨੀਟਿਊਡ ਓਨਾ ਨਾ ਹੋ ਜਾਏ ਜਿੰਨਾ ਮੈਗਨੀਟਿਊਡ ਇਹ ਗਿਵਨ ਚਾਰਜ ਹੁੰਦੇ ਹੈ। ਇਹ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈ ਇੰਡਕਸ਼ਨ ਫੀਨੋਮੀਨਾ ਕੇਸ ਆਫ ਮੈਟਲਸ। ਮੈਟਲ ਦੇ ਕੇਸ ਵਿੱਚ ਜਿਹੜੇ ਇਲੈਕਟ੍ਰੋਨਸ ਹੈ ਉਹ ਇੱਕ ਸਾਈਡ ਤੇ ਆਉਂਦੇ ਕਿੱਥੋਂ ਤੱਕ ਆਉਣਗੇ? ਆਈ ਜਾਣਗੇ। ਕਿਉਂ? ਕਿਉਂਕਿ ਦੇ ਆਰ ਇਨਫਾਈਨਾਈਟ ਇਲੈਕਟ੍ਰੋਨਸ। ਬਥੇਰੇ ਇਲੈਕਟ੍ਰੋਨਸ ਹੈ ਉਹ ਚ ਕੋਈ ਜਿੰਨਾ ਮਰਜ਼ੀ ਚਾਰਜ ਆ ਜਾਓ ਇਨਫਾਈਨਾਈਟ ਇਲੈਕਟ੍ਰੋਨਸ। ਸਮੁੰਦਰ 'ਚ ਕਿੰਨਾ ਪਾਣੀ ਹੈ? ਇਨਫਾਈਨਾਈਟ ਪਾਣੀ। ਸੋ ਇਹ ਗੱਲ ਕਦੇ ਨਹੀਂ ਕਹਿਣੀ ਸਾਰੇ ਇਹਦੇ 'ਚ ਇਲੈਕਟ੍ਰੋਨ ਮੰਨ ਲਓ ਇੱਥੇ 1000 ਕੂਲਮ ਚਾਰਜ ਹੈ, ਠੀਕ ਹੋ ਗਏ ਕਿੰਨੇ ਇਲੈਕਟ੍ਰੋਨ? ਜਿੰਨੇ ਮਰਜ਼ੀ ਹੋਣ ਬੱਚੇ, ਜਿੰਨਾ ਮਰਜ਼ੀ ਇੱਥੇ ਚਾਰਜ ਹੋ, ਜਿੰਨਾ ਮਰਜ਼ੀ ਇੱਥੇ ਚਾਰਜ ਇਲੈਕਟ੍ਰੋਨਸ ਉਨੀ ਦੇਰ ਤੱਕ ਇਹਦੇ 'ਚ ਆਈ ਜਾਣਗੇ, ਇੱਧਰਲੀ ਸਾਈਡ ਤੇ ਆਈ ਜਾਣਗੇ ਜਿੰਨੀ ਦੇਰ ਤੱਕ ਜਿੰਨਾ ਇੱਥੇ ਚਾਰਜ ਹੈ ਉਨੇ ਹੀ ਮੈਗਨੀਟਿਊਡ ਦਾ ਨੈਗੇਟਿਵ ਚਾਰਜ ਉੱਧਰ ਨਹੀਂ ਆ ਸਕਦਾ। ਸਭ ਤੋਂ ਗੱਲ ਯਾਦ ਹੈ ਇੰਡਕਸ਼ਨ ਫੀਨੋਮੀਨਾ ਦਾ ਕੇਸ, ਮੈਟਲ ਇੰਡਕਸ਼ਨ ਫੀਨੋਮੀਨਾ ਕੇਸ ਆਫ ਮੈਟਲਸ। मैग्नीट्यूड बचे सेम चार्ज इतने आता जिहदा मैग्नीट्यूड सेम हो। अगर आप पॉजिटिव 5 कूलम है यह नेगेटिव चार्ज होएगा नो डाउट, पर वो जी वैल्यू है वो 5 होगी जितना मैग्नीट्यूड इधर। और अगर बच्चे नेगेटिव 5 कूलम इधर आ गए तो उधर प्लस 5 कूलम। सो जिन्हें इलेक्ट्रॉन्स इधर है जितना पॉजिटिव इलेक्ट्रॉन जितना नेगेटिव चार्ज इधर है उन्हें पॉजिटिव चार्ज की है उधर है। सो यह बच्चे सेकंड स्टेप है कि जी गिवन चार्ज रोल है वो इलैक्ट्रॉन स्नैच करेगी एक साइड पर, उन्नी देर तक इलैक्ट्रॉन्स आई जाएंगे और जिन्नी देर तक वो करके नैगेटिव चार्ज है वो उन्ना नहीं बन जाता जिन्ना वो अपना मैग्नीट्यूड है पॉजिटिव चार्ज। सो यह बच्चे सेकंड स्टेप। थर्ड स्टेप की करना बच्चे हुण यह बच्चे जो पॉजिटिव चार्ज इधरली साइड पर आ गया असीं करना बच्चे एक वायर लैके एनोड एक वायर ए वायर में मैं अर्थ नाल अटैच कर वायर में अर्थ नाल अटैच कर उनके बाद ए सारा पॉजिटिव चार्ज ए वायर के थ्रू कितने चल जाएगा अर्थ। मैं बच्चे गल थोड़ी अगे कहीं दस समझाना मैं तो दसांगा कि पॉजिटिव चार्ज कभी वायर नहीं आता, पर तुहानूं थोड़ा अगे करके तुहानूं समझ लग जाएगी कि हाले तुसीं ये गल समझो नहीं तो तुहानूं कंफ्यूज हो। तुसीं ऐसा समझना बच्चे तुसीं इत्थे रॉड एक तुसीं वायर ले कॉपर वायर सोर्स कॉपर वायर एक एवं वायर है जितों चार्जिस मूव कर सकते। सो यह सारा पॉजिटिव चार्ज किया है जो मूव करके किया है अर्थ चार्ज। मैं तो बच्चे अर्थ इस तरह लिखना है इनू अर्थ को शो करने का तरीका होता है इस ए बच्चे अर्थ को शो करने का तरीका। सो एक बच्चे वायर लैके एले चार्जिस नो मतलब वायर लैके एले चार्जिस को लैके ग्राउंड में किया टच करना तो देखो बच्चे सारा पॉजिटिव चार्ज किया इधरों मूव करके किया ग्राउंड चार्ज सारा पॉजिटिव चार्ज इधर मूव कर सकता। एक और बच्चे गल यह बच्चे ने इलैक्ट्रॉन्स है
ਇਹ ਇਲੈਕਟ੍ਰੋਨਸ ਜਿਹੜੇ ਹੈਗੇ ਆ ਦੇ ਆਰ ਬਾਉਂਡ, ਇਹ ਬਾਉਂਡ ਹੈ ਇਹਦੇ ਨਾਲ। ਇਹ ਪੋਜ਼ਿਟਿਵ ਚਾਰਜ ਨੇ ਇਲੈਕਟ੍ਰੋਨਸ ਆਪਣੇ ਵੱਲ ਖਿੱਚ ਕੇ ਰੱਖੇ ਹੈ, ਦੇ ਆਰ ਬਾਉਂਡ, ਪਰ ਇਹ ਫ੍ਰੀ ਹੈ। ਧਿਆਨ ਰੱਖਣਾ ਗੱਲ, ਦੇ ਆਰ ਫ੍ਰੀ ਚਾਰजेस, ਇਹ ਬੱਚੇ ਫ੍ਰੀ ਚਾਰਜ। ਹੁਣ ਇਹ ਵਾਲਾ ਚਾਰਜ ਜਿਹੜਾ ਫ੍ਰੀ ਹੈ ਐਸਾ ਮੂਵ करके ਕੀ ਹੈ। सो नेक्स्ट वो स्टेप देखोगे कि ऐसा वाला प्रोसीजर किया है आपसे, ऐसा वाला प्रोसीजर आपसे, अगर ये सारा प्रोसीजर आपसे चला गया तो क्या हो गया, ऐसा वाला नेगेटिव चार्ज किया है पूरी बॉडी का, सो पूरी बॉडी के बच्चे नेगेटिव चार्ज ऐसी चीज ये सब सारी बॉडी में किया इलेक्ट्रॉन्स आएंगे। और पहला चार्ज आ जाएगा, चार्ज आ गया -5। सो ऐसा बच्चे किसी भी मैटर से असं चार्ज लैके आ सकते हैं थ्रू इंडक्शन फॉर्म। सो की बच्चे 4 स्टेप्स कितने, पहले स्टेप्स गिवन चार्ज रोड ਨੂੰ ਮੈਟਰ ਦੇ ਕੋਲ ਲੈ ਕੇ, ਸੈਕਿੰਡ ਸਟੈਪ ਕੀ ਹੈ ਜਿਹੜੀ ਮੈਟਰ ਰੋਡ ਤੇ ਜਿਹੜਾ ਗਿਵਨ ਰੋਡ ਤੇ ਜਿਹੜਾ ਪੋਜ਼ਿਟਿਵ ਚਾਰਜ ਹੈ ਉਹਨੇ ਉਹਦੇ ਸਾਈਡ ਇਲੈਕਟ੍ਰੋਨਸ ਆਪਣੇ ਵੱਲ ਖਿੱਚੇ। ਉਨੀ ਦੇਰ ਤੱਕ ਬੱਚੇ ਉਹਨੇ ਇਲੈਕਟ੍ਰੋਨਸ ਖਿੱਚੀ ਜਾਣੇ ਆ ਕਿਉਂਕਿ ਮੈਟਰ ਬਥੇਰੇ ਫ੍ਰੀ ਇਲੈਕਟ੍ਰੋਨਸ ਸਾਈਡ ਇਲੈਕਟ੍ਰੋਨ ਨੇ ਖਿੱਚ ਕੇ ਕੀ ਹੈ ਇੱਕ ਸਾਈਡ ਤੇ ਲੈਣ, ਉਹਨੇ ਹੀ ਇਲੈਕਟ੍ਰੋਨਸ ਉੱਤੇ ਆਣਗੇ ਜਿੰਨੀ ਦੇਰ ਤੱਕ ਉਹਦਾ ਜਿਹੜਾ ਨੈਗੇਟਿਵ ਚਾਰਜ ਹੈ ਉਹ ਪੋਜ਼ਿਟਿਵ ਚਾਰਜ ਦੇ ਬਰਾਬਰ ਨਹੀਂ ਹੋ ਜਾਂਦਾ ਇਨ ਮੈਗਨੀਟਿਊਡ। ਅਗਰ ਇੱਧਰ -5 ਹੈ ਤਾਂ ਇੱਧਰ +5 ਹੈ। ਤੀਜੇ ਸੈਟ ਵਿੱਚ ਕੀ ਕੀਤਾ, ਜਿਹੜਾ ਉਧਰ ਪਾਸੇ +5 ਚਾਰਜ ਹੈ, +5 ਨੂੰ ਉਹਦੇ ਨਾਲ ਇੱਕ ਕੋਪਰ ਵਾਇਰ ਲੈ ਕੇ ਉਹਨੂੰ ਅਰਥ ਨਾਲ ਅਟੈਚ ਕਰਤਾ, ਸਾਰਾ ਪੋਜ਼ਿਟਿਵ ਚਾਰਜ ਉਹ ਵਾਇਰ ਤੋਂ ਮੂਵ ਕਰਦਾ ਕਰਦਾ ਅਰਥ ਵਿੱਚ ਚਲਾ ਗਿਆ। ਤੇ ਨੈਚੁਰਲ ਦੇ 4 ਸਟੈਪਸ ਕੀ ਹੈ, ਸਿਰਫ ਨੈਗੇਟਿਵ ਚਾਰਜ ਬਚ ਗਿਆ, ਇਸ ਕਰਕੇ ਬੱਚੇ ਬॉडी ਤੇ ਕਿਹੜਾ ਚਾਰਜ ਆ ਗਿਆ, ਨੈਗੇਟਿਵ। ਇਹ ਬੱਚੇ ਇੰਡਕਸ਼ਨ ਇਨ ਕੇਸ ਆਫ ਮੈਟਲਸ। ਸੋ ਬੱਚੇ ਪਹਿਲੇ ਨੂੰ ਚੰਗੀ ਤਰ੍ਹਾਂ ਸਮਝੋ, ਮੈਂ ਨੈਕਸਟ ਅਗਲੀ ਵੀਡੀਓ ਤੁਹਾਨੂੰ ਸਾਰੀ ਗੱਲ ਦੱਸਦਾ ਕਿ ਹਲੇ ਇੰਡਕਸ਼ਨ ਫਾਰਮੂਲਾ ਇਨ ਕੇਸ ਆਫ ਨॉन ਮੈਟਲਸ करना, फिर ਅਸੀਂ कुछ पॉइंट्स याद रखने, देन कंडक्शन फॉर्मूला। पहला बच्चे चंगी तरह कवर करो, थोड़ी देर तक मैं तुम